ਧੰਨਵਾਦ ਦਿੱਤਾ ਤੇ ਉਹ ਸਮਰਥਨ ਦੇ ਨਾਲ ਅੱਜ ਦੇ ਬੰਦ ਦੇ ਨਾਲ ਤਾਂ ਸੈਂਟਰ ਸਰਕਾਰ ਝੁਕੀ ਹੈ। ਜਦੋਂ ਸਾਰੇ ਲੋਕਾਂ ਦੀ ਹਮਾਇਤ ਮਿਲ ਜੇ, ਵਿਦੇਸ਼ਾਂ 'ਚੋਂ ਹਮਾਇਤ ਮਿਲ ਜੇ ਤਾਂ ਸਰਕਾਰਾਂ ਨੂੰ ਝੁਕਣਾ। ਅੱਜ ਵਾਲੀ ਸਾਡੀ ਮੀਟਿੰਗ ਦੇ ਵਿੱਚ ਮਤਲਬ ਜਿਹੜਾ ਸੈਂਟਰ ਸਰਕਾਰ ਸਾਨੂੰ ਇਹ ਕਹਿੰਦੀ ਸੀ ਵੀ ਦਿੱਲੀ ਦੇ ਵਿੱਚ ਅਸੀਂ ਪੈਰ ਨਹੀਂ ਧਰਨ ਦਿੰਦੇ, ਸਵਾਲ ਹੀ ਨਹੀਂ ਪੈਂਦਾ। ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ, ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਸੀ ਵੀ ਪੰਜਾਬ ਦੇ ਲੋਕਾਂ ਨੂੰ ਅਸੀਂ ਪੈਰ ਨਹੀਂ ਧਰਨ ਦਿੰਦੇ। ਪਰ ਮੈਂ ਵਧਾਈ ਦਿੰਦਾ ਜਿਹੜੀਆਂ ਸਾਡੀਆਂ ਜਥੇਬੰਦੀਆਂ ਹਰਿਆਣੇ ਵਾਲੀਆਂ ਨੇ, ਉਹ ਜੇ ਕਹਿ ਦਈਏ ਹਰਿਆਣਾ ਤੇ ਪੰਜਾਬ ਛੋਟਾ ਵੱਡਾ ਭਾਈ ਹੈ ਤਾਂ ਉਹਨਾਂ ਨੇ ਮੂਹਰੇ ਸੜਕਾਂ ਸਾਫ਼ ਕੀਤੀਆਂ, ਉਹ ਦਿੱਲੀ ਨੂੰ ਕੂਚ ਕੀਤਾ ਤੇ ਮਗਰੋਂ ਸਾਡੇ ਨੌਜਵਾਨ ਲੜਨ ਵਾਲੇ ਮਗਰ ਬੈਰੀਅਰ ਤੋੜ ਕੇ ਦਿੱਲੀ ਪਹੁੰਚੇ ਆ। ਪਰ ਜਦੋਂ ਅਸੀਂ ਦਿੱਲੀ ਇੱਥੇ ਪਹੁੰਚ ਗਏ, ਸੜਕਾਂ ਤੇ ਬਹਿ ਗਏ ਤਾਂ ਕਹਿੰਦੇ ਸੀਗੇ ਅਮਿਤ ਸ਼ਾਹ ਵੀ ਫਿਰ ਤਾਂ ਮੈਂ ਤੁਹਾਨੂੰ ਮੀਟਿੰਗ ਦੇਵਾਂਗਾ ਜੇ ਸਾਡੀ ਸ਼ਰਤ ਮੰਨੋਗੇ। ਪਰ ਸਾਡੀਆਂ ਜਿਹੜੀਆਂ ਲੜਨ ਵਾਲੀਆਂ ਜਥੇਬੰਦੀਆਂ ਨੇ, ਉਹਨਾਂ ਨੇ ਬਿਲਕੁਲ ਸ਼ਾਹ ਦੀ ਗੱਲ ਨੂੰ ਠਕਰਾਤਾ ਵੀ ਕੋਈ ਸ਼ਰਤ ਨਹੀਂ ਮੰਨਾਂਗੇ। ਸ਼ਰਤੋਂ ਕੀ ਮਨਾਉਣਾ ਚਾਹੁੰਦੇ ਸੀਗੇ? ਜਿਹੜਾ ਉਹ ਸਾਨੂੰ ਗਾਹਾਂ ਬਾਗ ਤੇ ਬੈਠਣ ਵਾਸਤੇ ਬਗਰਾੜੀ, ਉਹ ਜਾ ਕੇ ਪ੍ਰੈਸ ਵਾਲੇ ਹੁਣ ਦੇਖ ਸਕਦੇ ਨੇ, ਤੰਬੂ ਲੱਗੇ ਨੇ ਜੇਲ੍ਹ ਵਾਲੇ, ਉਹ ਸਾਨੂੰ ਉੱਥੇ ਬੰਦ ਕਰਨਾ ਚਾਹੁੰਦੇ ਸੀ। ਸਾਡੇ ਲੜਨ ਵਾਲੇ ਲੋਕਾਂ ਦੀ ਸੂਝਵਾਨ ਤੇ ਅਸੀਂ ਇੱਥੇ ਬੈਠ ਗਏ। ਹਾਂ, ਅਸੀਂ ਮੰਗਿਆ ਜੀ ਇਹਨਾਂ ਤੋਂ ਸਾਨੂੰ ਸੈਂਟਰ ਦੇ ਵਜ਼ੀਰਾਂ ਨੇ ਕੋਈ ਰਾਹ ਨਹੀਂ ਦਿੱਤਾ। ਸਾਰੀ ਲੀਡਰ ਜਥੇਬੰਦੀਆਂ ਕਹਿੰਦਾ ਵੀ ਹੁਣ ਤੁਸੀਂ ਬੋਲੀ ਚੱਲੋ, ਕਿਉਂ ਕਹਿੰਦੇ ਜੀ ਕੱਲੇ ਮੁੱਦੇ ਤੇ ਗੱਲ ਕਰੋ। ਅਸੀਂ ਕਹਿੰਦੇ ਜੀ ਕੱਲੀ ਮੰਗ ਤੇ ਗੱਲ ਕਰੋ, ਜਿਹੜੀ ਅਸੀਂ 8 ਮੰਗਾਂ ਦਿੱਤੀਆਂ। ਮੁੱਦਿਆਂ ਦਾ ਕੋਈ ਮਤਲਬ ਨਹੀਂ, ਕੱਲੀ। ਉਹ ਕਹਿੰਦੇ ਜੀ ਜਿਹੜੇ ਮਤਲਬ 3 ਕਾਨੂੰਨ ਬਣਾਏ ਨੇ, ਉਹਦੇ ਵਿੱਚੋਂ ਜਿਹੜੇ ਮਤਲਬ ਮੁੱਦੇ ਨੇ ਇੱਕ ਤੇ ਕਰ ਲਓ। ਅਸੀਂ ਬਿਲਕੁਲ ਪਹਿਲੇ ਦਿਨ ਹੀ ਜਵਾਬ ਦਿੱਤਾ ਸੀਗਾ ਵੀ ਅਸੀਂ ਉੱਤੇ ਗੱਲ ਬਿਲਕੁਲ ਨਹੀਂ ਕਰਾਂਗੇ। ਪਰ ਉਹਨਾਂ ਨੇ ਇਸ ਗੱਲ ਤੇ ਅੜੇ ਰਹੇ। ਜੇ ਕਹਿ ਦਈਏ 5ਵੀਂ ਮੀਟਿੰਗ ਦੇ ਵਿੱਚ ਸਾਨੂੰ ਸਾਰੇ ਲੀਡਰਾਂ ਨੂੰ ਚੁੱਪ ਧਾਰਨੀ ਪਈ। ਪੌਣਾ ਘੰਟਾ ਉਹਨਾਂ ਦੇ ਅਫਸਰ ਤੇ ਉਹਨਾਂ ਦੇ ਮੰਤਰੀ ਬੋਲੀ ਗਏ ਤੇ ਫਿਰ ਜਿਹੜੇ ਸਾਡੇ ਚਾਲ ਬੁਲਾਰੇ ਨੇ ਵਧੀਆ ਸੂਝ ਦੇ ਨਾਲ ਸਾਡੀ ਅਗਵਾਈ ਕਰ ਰਹੇ ਨੇਗੇ, ਉਹਨਾਂ ਨੂੰ ਸਿੰਘ ਰਾਜੇਵਾਲ ਆਪ ਬੋਲੋ, ਉਹਨੇ ਹੱਥ ਬੰਨ੍ਹ ਤੇ ਮੈਂ ਬੋਲਣਾ ਨਹੀਂ। ਦਰਸ਼ਨਪਾਲ ਡਾਕਟਰ ਤੁਸੀਂ ਬੋਲੋ, ਉਹਨੇ ਹੱਥ ਬੰਨ੍ਹ ਤੇ ਸਿਰ ਮਾਰਤਾ। ਸਤਿ ਸ੍ਰੀ ਅਕਾਲ ਸੀ। ਮਤਲਬ ਚਾਰਾਂ ਨੂੰ ਸਾਡੇ ਬੁਲਾਰਿਆਂ ਨੂੰ ਬੋਲਣ ਤੋਂ ਜਵਾਬ ਦਿੱਤਾ ਤੇ ਫੇਰ ਉੱਠ ਕੇ ਬਾਹਰ ਗਏ ਤੇ ਫੇਰ ਸਾਨੂੰ ਕਿਹਾ ਆ ਕੇ ਵੀ ਹੱਥ ਜੋੜ ਕੇ ਕਿਹਾ ਸਾਨੂੰ ਮੀਟਿੰਗ ਦਾ ਟਾਈਮ ਦਿਓ। ਅਸੀਂ ਕਿਹਾ ਮੰਗੋ। ਕਹਿੰਦੇ 7 ਤਰੀਕ ਦੇ ਦਿਓ। ਅਸੀਂ ਕਿਹਾ ਤੁਹਾਡੇ ਗੁਰੂ ਨੇ ਮੰਨਣਾ ਨਹੀਂ, ਤੱਕ ਤੁਸੀਂ ਆਪਦੇ ਗੁਰੂ ਨੂੰ ਮਨਾ ਨਹੀਂ ਸਕਣਾ, ਹੋਰ ਸਮਾਂ ਲੈ ਲਓ, ਸਾਨੂੰ ਕੋਈ ਡਿੱਕਾ ਨਹੀਂ, ਸਾਡਾ ਕੋਲ ਜਿੰਨਾ ਮਰਜ਼ੀ ਲੰਮਾ ਹੋ ਜੇ। ਤਾਂ ਉਹਨਾਂ ਫਿਰ ਕਹਿੰਦੇ ਸਾਨੂੰ 8 ਤਰੀਕ ਦੇ ਦਿਓ। ਅਸੀਂ 8 ਨਹੀਂ ਦਿੰਦੇ। 8 ਅਸੀਂ ਭਾਰਤ ਬੰਦ ਕਰਿਆ ਸਾਰੀਆਂ ਜਥੇਬੰਦੀਆਂ ਨੇ। ਕਹਿੰਦੇ 9 ਤਰੀਕ ਦੇ ਦਿਓ। 9 ਦੇਤੀ ਤੇ ਜਿਹੜੇ ਸਰਕਾਰ ਨੂੰ ਧਮਕਾਇਆ, ਸਰਕਾਰ ਨੂੰ ਮੂਹਰੇ ਲਾਇਆ। ਅੱਜ 7 ਵਜੇ ਜਿਹੜਾ ਸ਼ਾਹ ਕਹਿੰਦਾ ਜੀ ਮੈਂ ਗੱਲ ਨਹੀਂ ਕਰਦਾ ਜਥੇਬੰਦੀਆਂ ਨਾਲ, ਅੱਜ 7 ਵਜੇ ਸਾਡੀ ਮੀਟਿੰਗ ਸੱਦੀ ਆ ਤੇ ਅਸੀਂ ਜਾ ਰਹੇ ਹਾਂਗੇ। ਅਸੀਂ ਚੁਣੇ ਨੇ ਸਾਡੇ ਦੂਜੀਆਂ ਸਟੇਟਾਂ ਦੇ ਆਗੂ, ਉਹ ਹਰਿਆਣੇ ਦੇ, ਯੂਪੀ ਵਾਲੇ, ਦੂਜੀਆਂ ਸਟੇਟਾਂ, ਅਸੀਂ 13 ਆਗੂਆਂ ਨੇ ਜਾਣਾ। ਅਸੀਂ ਉੱਥੇ ਆਦੇ ਵੀ ਪ੍ਰੈਸ ਨੂੰ ਕਹਿ ਕੇ ਜਾਣਾ, ਅਸੀਂ ਕੁਝ ਨਹੀਂ ਬੋਲਣਾ। ਅਸੀਂ ਸ਼ਾਹ ਨੂੰ ਬਚਣਾ। ਮਹਾਰਾਜ ਤੁਸੀਂ ਸਾਨੂੰ ਸੱਦਿਆ, ਦੱਸੋ ਕੀ ਕਹਿੰਦੇ ਹੋ, ਕੀ ਤੁਹਾਡੇ ਦਿਮਾਗ ਦੀ ਗੱਲ ਹੈ, ਕੀ ਕਿਸਾਨਾਂ ਦੀਆਂ ਗੱਲਾਂ ਮੰਨਦੇ ਹੋ, ਕੀ ਕਹੋ ਕਰਦੇ ਹੋ। ਸਰਕਾਰ ਹੁਣ ਇੱਕ ਇਸ ਗੱਲ ਤੇ ਅੜੀ ਹੋਈ ਹੈ, ਬਾਰ-ਬਾਰ ਕਹਿੰਦੀ ਹੈ ਅਸੀਂ ਪੰਜਾਬ ਦੀ ਮਤਲਬ ਮੰਗ ਮੰਨ ਲੈਂਦੇ ਆ, ਉਵੇਂ ਜੁਕਰ ਲਾਗੂ ਰਹਿ ਦਿੰਦੇ ਆ, ਹਰਿਆਣੇ ਦੀ ਮੰਨ ਲੈਂਦੇ ਆ। ਉਹ ਸਾਨੂੰ ਭੁੱਲ ਗਏ, ਸਾਡੀ ਕੌਮ ਨੂੰ ਉਹ ਭੁੱਲ ਗਏ, ਸਾਡੇ ਲੜਨ ਵਾਲੇ ਲੋਕਾਂ ਨੂੰ। ਸਾਡੇ 10 ਗੁਰੂਆਂ ਨੇ ਆ ਕੇ ਇੱਥੇ ਸੀਸ ਦਿੱਤਾ ਹੈਗਾ, ਚਾਹੇ ਕਿਸੇ ਦੇ ਉੱਤੇ ਭੀੜ ਪਈ ਸੀ, ਚਾਹੇ ਉਹ ਮਤਲਬ ਕਿਹਾ ਜੀ ਰਾਜਾ ਨੂੰ ਬਾਹਰ ਕੱਢ ਕੇ ਲਿਆ। ਅਸੀਂ ਬਿਲਕੁਲ ਯੂਪੀ ਦੀਆਂ ਮੰਗਾਂ ਸਾਰੇ ਫੇਰ ਦਮ ਲਵਾਂਗੇ। ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਨਾ,
ਜਾਂ ਤਾਂ ਕਿਸਾਨੋਂ ਮੰਗਾਂ ਦਵਾ ਕੇ ਲਿਜਾਵਾਂਗੇ ਤੇ ਜਾਂ ਡਾਂਗਾ ਖਾ ਕੇ ਜਾਵਾਂਗੇ। ਇਦੋਂ ਘੱਟ ਸਾਡਾ ਕੋਈ ਹਿਸਾਬ ਨਹੀਂ ਹੈ। ਮੈਂ ਇੱਕੋ ਹੀ ਗੱਲ ਕਹਿ ਕੇ ਆਪਦੀ ਗੱਲ ਸਮਾਪਤ ਕਰ, ਸਾਡੇ ਦੂਜੇ ਲੀਡਰ ਬੋਲਣਗੇ। ਮੈਂ ਇੱਕ ਗੱਲ ਕਹੀ ਆ, ਪ੍ਰੈਸ ਨੂੰ ਵੀ ਕਹਿਣਾ, 47 ਮੇਰੇ ਬਾਪੂ ਨੇ ਵੇਖੀ ਤੇ 84 ਮੈਂ ਦੇਖੀ ਤੇ ਆਹ ਦਿਨ ਮੇਰਾ ਪੋਤਾ ਦੇਖੂਗਾ ਦਿੱਲੀ ਦੇ ਵਿੱਚ ਆ, ਨਾਲ ਮੇਰੇ ਇੱਥੇ ਦਿੱਲੀ ਦੇ ਵਿੱਚ ਪੋਤਾ ਦੇਖੂ, ਉਹ ਇਤਿਹਾਸ ਲਿਖੂਗਾ ਵੀ ਸਾਡੇ ਦਾਦਿਆਂ ਦੇ ਨਾਲ ਕੀ ਬਣੀ। ਮੋਦੀ ਜੋ ਮਰਜ਼ੀ ਸੋਚੇ, ਇਹ ਲੜਨ ਵਾਲੇ ਲੋਕ ਸਾਰੇ ਭਾਰਤ ਦੇ ਲੋਕ, ਉਹ ਹਰਿਆਣੇ ਦੇ ਹੋਣ, ਯੂਪੀ ਦੇ ਹੋਣ, ਅਸੀਂ ਜੇ ਖੇਤਾਂ ਦੇ ਵਿੱਚ ਔਖਾ ਕੰਮ ਕਰ ਸਕਦੇ, ਲੜ ਸਕਦਾ, ਸਾਡਾ ਬਿਜਲੀ ਨਾਲ ਹੱਥ ਲੱਗ ਸਕਦਾ, ਫਿਰ ਅਸੀਂ ਇਹਨਾਂ ਦੀਆਂ ਗੋਲੀਆਂ ਤੋਂ ਡਰਦੇ ਸਾਰੀਆਂ ਮੰਗਾਂ ਬਣਾ ਕੇ ਜਾਵਾਂਗੇ। ਹੁਣ ਮੈਂ ਬੇਨਤੀ ਕਰਦਾ, ਸਾਡੇ ਹਰਿਆਣੇ ਦੇ ਆਗੂ ਨੇਗੇ ਤੇ ਇਹ ਗੱਲ ਕਰਨਗੇ। सभी मीडिया वाले भाइयों को, वहां चले जाइए भाई साहब, यहाँ जाओ, सभी मीडिया वाले भाइयों को नमस्कार। ये जो आंदोलन है संयुक्त किसान मोर्चे के बैनर नीचे है, 30 जथेबंदी या 32 जथेबंदी नहीं बल्कि पूरे देश का आंदोलन है। पंजाब का आंदोलन ये न समझा जाए, सारे देश का आंदोलन है। और 5 दौर की बातचीत में अभी तक कोई बहुत ज्यादा हम सफलता नहीं कह सकते, लेकिन आज फिर अमित शाह जी ने मीटिंग बुलाई है और उसमें जा रहे हैं। उसमें क्या निकलेगा तो जाके ही पता लगेगा। लेकिन हम कहना ये चाहते हैं कि सरकार को देख लेना चाहिए कि ये केवल किसान का आंदोलन भी नहीं बचा। अब तो पूरा जन समर्थन आज का जो बंद है उसको सुपर बंद कहा जा रहा है, और कश्मीर से कन्याकुमारी तक का बंद है। आज सभी प्रदेशों में, छोटे बड़े सभी प्रदेशों में इसका अच्छा असर देखने को मिला है, जो खबरें आ रही हैं। तो इससे उनको समझ जाना चाहिए कि अब बात मानने के अलावा कोई चारा नहीं। और फिर हम दोहराते हैं कि हमारी जो मांगे हैं तीनों अध्यादेशों को वापस करवाने की, एमएसपी की गारंटी का कानून बनवाने की, इससे नीचे हमारा कोई फैसला नहीं होगा। और अमित शाह जी आज बुला रहे हैं, उनको जाएंगे, उनकी सुनेंगे, उसके बाद ही अपना कोई फैसला करेंगे कि हमने क्या करना है। लेकिन आज का जो बंद है उसके लिए हम आपकी प्रेस के माध्यम से, मीडिया के माध्यम से सभी देशवासियों का बहुत धन्यवाद करना चाहेंगे। सभी जो जिन्होंने समर्थन किया है, चाहे उसमें कोई भी वर्ग है, उसमें वकील वर्ग है, पेट्रोलियम वाले हैं, ट्रांसपोर्टेशन वाले हैं, दुकानों वाले हैं, व्यापारी हैं, कर्मचारी हैं, उन सभी के अति आभारी हैं, अति धन्यवादी हैं कि जिन्होंने तहे दिल से इस बंद का समर्थन किया है और बहुत ही अच्छे तरीके से, बहुत ही शांतिपूर्वक तरीके से इस बंद को कामयाब बनाया है। पूरे देश की जनता के आगे आज हम नतमस्तक हैं कि जो देश के किसानों का उन्होंने इतना सम्मान किया है, देश के किसानों को इतना सम्मान दिया है कि उसमें अपनी मर्जी से पूरे भारत को उन्होंने आज पूरी तरह बंद जो है उस कामयाब बनाया है। दोबारा फिर मैं एक बार सभी देशवासियों का, सभी समर्थन करने वालों का और सभी वर्गों का, सभी संगठनों का धन्यवाद करना चाहूंगा। बहुत बहुत धन्यवाद। और अगले जो वक्ता हैं ਅੱਜ ਸਾਡਾ ਜਿਹੜਾ ਘੋਲ ਹੈ ਉਹ ਲਗਾਤਾਰ ਜਿੱਤ ਵੱਲ ਵਧ ਰਿਹਾ ਹੈ। ਭੋਗ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਮਾਨਸਾ ਸੂਬਾ ਪ੍ਰੈਜ਼ੀਡੈਂਟ। ਭੋਗ ਸਿੰਘ ਮਾਨਸਾ, ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਮਾਨਸਾ। ਅੱਜ ਜਿਹੜਾ ਸਾਡਾ ਘੋਲ ਹੈ ਉਸ ਨੂੰ ਫਲ ਲੱਗ ਰਿਹਾ। ਭਾਰਤ ਪੱਧਰ ਦਾ ਕਿਸਾਨ, ਭਾਰਤ ਪੱਧਰ ਦੇ ਲੋਕ, ਪ੍ਰੋਡਿਊਸਰ, ਪ੍ਰੋਸੈਸਰ, ਕੰਜ਼ਿਊਮਰ ਸਾਰੇ ਸਾਡੇ ਨਾਲ ਨੇ। ਉਸ ਨੇ ਸਿੱਧ ਕਰਤਾ ਕਿ ਜਿਹੜਾ ਅੱਜ ਅਸੀਂ ਬੰਦ ਦਾ ਸੱਦਾ ਦਿੱਤਾ ਸੀ, ਸਾਰਾ ਭਾਰਤ ਬੰਦ ਹੋਇਆ। ਸਾਰੇ ਭਾਰਤ ਦੇ ਲੋਕ, ਉਹ ਭਾਵੇਂ ਕੋਈ ਵੀ ਕੰਮ ਕਰਦੇ ਨੇ, ਕਿਸ ਤਰ੍ਹਾਂ ਦਾ ਵੀ ਉਹਨਾਂ ਦਾ ਬਿਜ਼ਨਸ ਹੈ ਜਾਂ ਕਾਰੋਬਾਰ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਸਾਰਿਆਂ ਨੇ ਸਾਡਾ ਸਾਥ ਦਿੱਤਾ ਹੈ। ਅਸੀਂ ਅੱਜ ਇਸ ਘੋਲ ਦੀ ਤਰਫੋਂ, ਸੰਯੁਕਤ ਮੋਰਚੇ ਦੀ ਤਰਫੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਮੋਦੀ ਦੀ ਸਰਕਾਰ ਨੂੰ ਇਹ ਦੱਸ ਦਿੱਤਾ ਹੈ ਕਿ ਜਿਹੜਾ ਇਹ ਅੰਦੋਲਨ ਹੈ, ਜਿਹੜਾ ਇਹ ਸੰਘਰਸ਼ ਹੈ, ਜਿਹੜੇ ਕਾਲੇ ਕਾਨੂੰਨ ਨੇ, ਇਹਨਾਂ ਦਾ ਦੇਸ਼ ਦੇ 85% ਲੋਕਾਂ ਤੇ ਅਸਰ ਹੈ। ਉਹ 85% ਲੋਕ ਜਿਹੜੇ ਸਾਡੇ ਇਸ ਘੋਲ ਦੇ ਨਾਲ ਹਮਾਇਤ ਦੇ ਵਿੱਚ ਲਾ ਲਓ ਜਾਂ ਸਿੱਧੇ ਰੂਪ ਸ਼ਾਮਲ ਨੇ। ਸੋ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਅਸੀਂ ਜਿੰਨਾ ਚਿਰ ਇਹ ਕਾਲੇ ਕਾਨੂੰਨ ਆ ਜਿਹੜੇ
ਪਾਸ ਕੀਤੇ ਨੇ ਇਹ ਰੱਦ ਨਹੀਂ ਕੀਤੇ ਜਾਂਦੇ। ਬਿਜਲੀ ਐਕਟ ਰੱਦ ਨਹੀਂ ਕੀਤਾ ਜਾਂਦਾ, ਜਿਹੜਾ ਪਰਾਲੀ ਵਾਲਾ ਆਰਡੀਨੈਂਸ ਲਿਆਂਦਾ ਜਾਂਦਾ ਉਹ ਰੱਦ ਨਹੀਂ ਕੀਤਾ ਜਾਂਦਾ, ਜਾਂ ਜਿਹੜੇ ਮਤਲਬ ਆਪਣਾ MSP ਹੈ ਉਹ ਲਾਗੂ ਨਹੀਂ ਕੀਤੀ ਜਾਂਦੀ ਅੱਛੀ ਤਰ੍ਹਾਂ ਜਿਹੜਾ ਹੈਗਾ ਕਾਨੂੰਨੀ ਤੌਰ ਤੇ, ਔਰ ਜਿਹੜੀ ਪ੍ਰੋਕਿਉਰਮੈਂਟ ਹੈ ਉਹ ਸਰਕਾਰੀ ਜਿਹੜੀ ਖਰੀਦ ਹੈ ਉਹ ਕਾਨੂੰਨੀ ਤੌਰ ਤੇ ਯਕੀਨੀ ਨਹੀਂ ਬਣਾਈ ਜਾਂਦੀ। ਤਦ ਤੱਕ ਜਿਹੜਾ ਇਹ ਸਾਡਾ ਅੰਦੋਲਨ ਜਾਰੀ ਰਹੇਗਾ। ਅੱਜ ਦੀ ਮੀਟਿੰਗ ਦਾ ਕੀ ਰਿਜ਼ਲਟ ਨਿਕਲਦਾ ਹੈ ਉਹਦੀ ਅਸੀਂ ਅੱਜ ਰਾਤ ਨੂੰ ਵਾਪਸ ਆਣ ਤੇ ਫਿਰ ਮੀਟਿੰਗ ਕਰਨੀ ਹੈ। ਉਸ ਮੀਟਿੰਗ ਤੋਂ ਬਾਅਦ ਜੋ ਕੁਝ ਉਹ ਪ੍ਰਕਿਰਿਆ ਹੋਵੇਗੀ ਉਹ ਅਗਲੇ ਦਿਨ ਜਿਹੜਾ ਹੈਗਾ ਅਸੀਂ ਅਨਾਉਂਸ ਕਰਾਂਗੇ, ਔਰ ਅਗਲੇ ਦਿਨ ਹੀ ਜਿਹੜੇ ਅਗਲੇ ਘੋਲ ਦੀ ਜਿਹੜੀ ਰੂਪਰੇਖਾ ਹੈ ਉਹ ਲਿਖੀ ਜਾਵੇਗੀ। ਧੰਨਵਾਦ ਸਾਰੀ ਪ੍ਰੈਸ ਵਾਲਿਆਂ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਹੀ ਸਹਿਯੋਗ ਦਿੱਤਾ ਹੈ ਸ਼ੁਰੂ ਤੋਂ ਲਾ ਕੇ ਅੱਜ ਤੱਕ, ਔਰ ਅੱਗੇ ਤੱਕ ਦੇਣ ਦੀ ਆਸ ਕਰਾਂਗੇ। सवाल इसके बाद जो अपनी परंपरा है कि आदरणीय मीडिया के सभी बंधुओं, मैं इस आंदोलन का वो पहलू आपको दिखाने जा रहा हूं कि कैसे इस आंदोलन को पंजाब तक सीमित किया जाए, इस पर सरकार की पूरी कोशिश है। कैसे इसको खालिस्तान के साथ जोड़ा जाए, इस पर पूरी कोशिश है। किसको ऐसे विदेशी ताकतों के साथ जोड़ा जाए, इसकी पूरी कोशिश है। हमने 3 दिन पहले की वाइड में कहा था, आज भी कुछ देशों ने समर्थन दिया है कि ये हमारे देश का मामला है, हमारे घर का मामला है। हम अपने घर में इसको हम सुलझाएंगे, आपस में बैठ के बात करेंगे, मगर बाहरी किसी शक्ति की हस्तक्षेप हमको बर्दाश्त नहीं होगा। जो हमारी चिंता विदेशों में कर रहे हैं उनका हम बहुत बहुत धन्यवाद देते हैं, पर हम राष्ट्रवादी लोग हैं, राष्ट्र हमारे लिए सर्वोपरि है। एक अब दूसरी जो व्यवस्था है वो ये कि भारत में खास तौर से दक्षिण भारत के लोग आपको इस आंदोलन में दिखाई नहीं दे पा रहे हैं। 350 आदमियों को अरेस्ट किया अय्या कन्नू के साथ, केरल में अरेस्ट किया, ट्रेन का चार्ट देख के अरेस्ट कर रहे हैं, दूरी बाहर है। अय्या कन्नू किसी प्रकार से अपनी दाढ़ी मुड़वाकर और एयरपोर्ट पे पहुंचे हैं तो 50 पुलिस वाले वहां पहुंचकर उनका स्वागत करते हैं और उनको करोल बाग थाने के पास ले जाकर एक लॉज में ठहराया गया। मैं सुबह जब उनको लेने के लिए पहुंचा, सुप्रीम कोर्ट के बाहर वो खड़े हुए थे और उनके साथ काफी फोर्स खड़ा था, तो हमारी गाड़ी को भी वो थाने ले गए, हमको भी थाने ले गए करोल बाग। हमसे कहा कि आप तो जा सकते हैं, इनकी जांच जरूरी है। अय्या कन्नू वो व्यक्ति हैं जिन्होंने दिल्ली के जंतर मंतर पर 141 दिन लगातार बड़ा प्रभावी आंदोलन किया था। अभी वो थाने में बैठे हुए हैं, उनको छोड़ा नहीं जा रहा है। एक व्यक्ति के पीछे 200-250 का फोर्स सुप्रीम कोर्ट के पास खड़ा था। आतंकवादी की भी इतनी चिंता नहीं होती जितना एक किसान की दक्षिण भारत की है। तो वो एक दक्षिण भारत से कोई किसान आ ना पाए इस आंदोलन में, ताकि वो स्वरूप ना दिख पाए, ये कोशिश है। इस कोशिश को हम नाकाम करेंगे। इसकी चर्चा भी हम ऊपर लेवल पर कर रहे हैं, और अगर उनको नहीं छोड़ा जाता है तो फिर हमको कोई ना कोई कमेटी में बैठ के निर्णय करना पड़ेगा। अभी बैठक के लिए हम लोग जा रहे हैं, मांगे वही हैं जो मेरे सब साथियों ने बताई हैं, और उससे पीछे हमारे पास कोई रास्ता नहीं है। हम डेड लाइन पर खड़े हैं। आपने समय दिया उसके लिए बहुत बहुत धन्यवाद। इधर कोने से अब इधर मैं पीछे खड़े होके बोल दूं, खड़े होके बोल देखिएगा भाई साहब इनको जान दो। कोई नहीं, मैं इधर कई पत्रकार साथियों ने पूछा है, मैं बता दूं, मुझसे पहले बोलने वाले वक्ता थे आदरणीय शिव कुमार शर्मा जी, कक्का जी। आप राष्ट्रीय किसान महासंघ के अध्यक्ष हैं, राष्ट्रीय महाअध्यक्ष हैं। आज की अध्यक्षता कर रहे हैं रुलदू सिंह मानसा जी। उसके बाद बोले थे गुरनाम सिंह चढ़ूनी जी, और हमारे साथ थे भोग सिंह मानसा साहब, भारतीय किसान यूनियन मानसा के। साथियों, मैं जानता हूं आपकी रुचि 7 बजे की मीटिंग में होगी, लेकिन मैं आपको आज दिन के बारे में बताना चाहता हूं। उसके बारे में तो उत्तर हमारे अध्यक्ष जी और बाकी साथी देंगे। आज एक ऐतिहासिक दिन इस देश ने देखा है। किसानों के द्वारा किया गया भारत जिस तरह की ऐतिहासिक सफलता हुई है, आमतौर पे आप सब जानते हैं, जब किसान संगठन कोई बंद का कॉल देते हैं तो 4 महीने का नोटिस देते हैं, 4 महीने की तैयारी करते हैं।
जब 4 दिन के नोटिस पे हमने बंद का कॉल दिया, लोगों का फोन आया, पागल हो गए हो, 4 दिन में तुम भारत बंद कर दोगे। और आज शाम तक, अभी तक खबर है दोस्तों, खबर आती जा रही है हर मिनट मिनट में, अंदाजन 10,000 जगहों पे देश में ये बंद ऑब्जर्व किया गया है, अलग अलग लेवल पे, अलग अलग तरीके से। जो कहते थे सिर्फ पंजाब हरियाणा में है, हमारे पास अब तक 25 राज्यों से रिपोर्ट आ रही है बंद की ऑब्जर्वेशन की। नॉर्थ ईस्ट के जो हिल स्टेट्स हैं वहां से अभी इंफॉर्मेशन नहीं आ पाई है, 25 स्टेट से इंफॉर्मेशन आ गई है बंद ऑब्जर्व होने की। जो कहते थे कि सिर्फ किसान हैं, अब तो किसान नहीं, जैसा हमारे साथी गुरनाम सिंह जी ने बताया, मछुआरे हैं, सैंड माइन वर्कर्स ने ज्वाइन किया है, स्टोन क्वारी वर्कर्स ने ज्वाइन किया है, इंडस्ट्रियल वर्कर की जो फेडरेशंस हैं 10, उन सब ने तो सपोर्ट किया ही है, रेल वर्कर ने सपोर्ट किया है, ट्रांसपोर्ट यूनियन ने, विद्यार्थियों ने, इंटेलेक्चुअल्स ने, आर्टिस्ट ने, देश के 3 बड़े लेखकों ने, मुलगन साहब तमिलनाडु से, टीएम कृष्णा तमिलनाडु से, और पंजाब के ही नहीं देश के बहुत बड़े लेखक सुरजीत सिंह पातर, इन तीनों ने इस आंदोलन को पूरा समर्थन जाहिर। साहब ने तो अपना अवार्ड वापस करने की घोषणा की। तो सिर्फ किसान का नहीं है, इतनी बड़ी जो सफलता हुई है, ये सफलता हमारी वजह से नहीं है। देश के 450 से ज्यादा संगठन संयुक्त किसान मोर्चा के साथ जुड़े हैं, लेकिन मैं समझता हूं वो 450 भी मिला के काम नहीं कर सकते थे। ये इसलिए हुआ है कि हर हिंदुस्तानी ने इसे अपना आंदोलन बना दिया। कोई जो बेंगलोर में आईटी सॉफ्टवेयर में काम करता है, उसको भी याद है कि उसके पिताजी का किसानी से लिंक था। बंबई का चार्टेड अकाउंटेंट है, वो भी कहता है मेरे दादाजी आड़ती हुआ करते थे। हर हिंदुस्तानी के मन में कहीं ना कहीं किसान है। आज हम उस किसान को सलाम करते हैं। उस किसान ने आज अपनी आवाज उठाई है। मैं कुछ राज्यों की सूचना आपको दे दूं जो अब तक हमारे पास आई है। कर्नाटका में, क्योंकि बात पंजाब हरियाणा की हो ही रही है, पंजाब हरियाणा में टोटल बंद है, मुझे कहने की जरूरत नहीं है, आप सबको पता ही है। कर्नाटका में 100 तालुका के अंदर टोटल बंद हुआ है, बाकी में पार्शियल बंद हुआ है। तमिलनाडु में कावेरी डेल्टा के जितने जिले हैं वहां पे कंप्लीट बंद हुआ है। आया कन्नू जी की बात तो आपने बताई तमिलनाडु से। महाराष्ट्र के बारे में फैलाया जा रहा था कि शेतकारी संगठन साथ नहीं है। शेतकारी संगठन की तरफ से कंप्लीट बंद ऑब्जर्व किया गया। बुल्डाना में तो रेल भी रोक दी गई है, जो कि हमारे प्रोग्राम में नहीं था। वैसे अन्ना हजारे जी की तरफ से भी आज एक दिन का सांकेतिक फास्ट हुआ है। गुजरात में और उत्तर प्रदेश में, गुजरात में कोई 200 फार्मर लीडर को प्रिवेंटिव डिटेंशन में कल रात को अरेस्ट कर लिया गया है। चारों तरफ पुलिस फैली हुई है और गुजरात के डीजीपी ने तो स्टेटमेंट दिया है कि इस आंदोलन में हिस्सा लेना ही नहीं, कोई सोशल मीडिया पे इसका फोटो भी शेयर करेगा उसके खिलाफ मुकदमा किया जाएगा। ये आज घोषणा हुई है गुजरात के अंदर। उत्तर प्रदेश में चारों तरफ किसान एक्टिविस्ट को अरेस्ट किया गया है। हमारे पास सब जिलों से खबर है। बहराइच, बाराबांकी, खेरी, प्रयागराज, लखनऊ, सब तरफ और कानपुर, सब तरफ किसान कार्यकर्ताओं को गिरफ्तार किया है। पुलिस ने एकदम आतंक का राज शुरू कर दिया है। तेलंगाना में लगभग कंप्लीट बंद हुआ है। त्रिपुरा में लगभग कंप्लीट बंद हुआ है। असम के किसान संगठनों ने रैलीज ऑर्गेनाइज की हैं पूरे देश भर में। तो ये जो बात थी कि सिर्फ हरियाणा पंजाब है, वो तो हमने 4 दिन में साबित कर दिया है। ये बंद बहुत कुछ खोलेगा। इस देश के प्रधानमंत्री जब खोलने की बात करते हैं तो वो बंद करते हैं। मंडी बंद, एमएसपी बंद, राशन बंद, किसान की किस्मत बंद, किसान खुद पराली के अंदर बंद, सस्ती बिजली बंद। लेकिन जब किसान बंद करता है तो वो खोलता है। आज के भारत बंद ने भारत सरकार की आंख खोल दी। उन्हें पता लग गया। उम्मीद है कि आज से कोई केवल हरियाणा पंजाब की बात नहीं करेगा। और मुझे लगता है कि होम मिनिस्टर जी ने हमारे साथियों को जो बुलाया है, उनको कल रात तक इनपुट आ गया होगा कि ये कितना बड़ा है, इसीलिए होम मिनिस्टर ने विचलित होकर हमारे साथियों को बुलाया है। एग्रीकल्चर मिनिस्टर नहीं, होम मिनिस्टर को इनपुट आ गया था। दूसरा, ये भारत सरकार के कान खोलेगा। दिल्ली जरा ऊंचा सुनती है। बहुत टाइम से इन्हें सुन नहीं रहा था कि किसान क्या मांग रहे हैं। किसान कह रहे थे
तीनों बिल रद्द करो, एमएसपी की लीगल गारंटी दो। सरकार इधर उधर चीजें बात कर रही थी, उनको सुन भी नहीं रहा था। तो मेरी उम्मीद है कि यह बंद सरकार के कान भी खोलेगा और वार्ता में जो गतिरोध आया हुआ है, रुकी हुई है, हमारे साथियों को चुप्पी करनी पड़ी, मौन करना पड़ा, यस और नो के सवाल पूछने पड़े। उम्मीद है कि इस बंद से ये जो गतिरोध है वो भी खुलेगा। 7 बजे की वार्ता में क्या निकलेगा आपको पता लग जाएगा। कल औपचारिक वार्ता होगी, आपको बताया जाएगा। लेकिन मैं कहता हूं बस अब एक वार्ता की कसर बची है, बाकी सब वार्ता होगी। श्री नरेंद्र मोदी जी को कमरे में बैठ के एक शीशे के सामने अपने आप से वार्ता करनी चाहिए कि इस देश के करोड़ों करोड़ किसानों का भविष्य बड़ा है। ये लाखों लोग जो दिल्ली घोर घेर के बैठे हैं, उनकी आवाज बड़ी है या कि तुम्हारा अहंकार बड़ा है। आज बस अब एक चीज अटक गई है, बाकी कुछ नहीं। सरकार के लोग भी अंदर से कहते हैं यार फंस गए, ये उसने गड़बड़ कर दी, इसने गड़बड़ कर दी, फंसे तो हुए हैं। अब ये है कि जी मोदी जी की नाक अटकी हुई है, प्रधानमंत्री कैसे छोटे हो जाए, उन्होंने तो मुंह से बोल रखा है। इसलिए मैं अर्ज करता हूं प्रधानमंत्री जी, आप अपने आप से वार्ता कर लो, थोड़ी सी वार्ता कर लो, पूछ लो कि आपका अहंकार अहम बड़ा है या कि इस देश के किसान का भविष्य बड़ा है। लोकतंत्र में जो जनता के सामने झुकता है वो छोटा नहीं होता, बड़ा होता है। हमारी उम्मीद है कि ये होगा और जीत के जाएंगे। दोबारा बता दूं, हमारे साथियों ने बोला है, हम अपनी मांगों पर अडिग हैं, कोई समझौता नहीं, पूरा इनको रिपील करना है और एमएसपी की लीगल गारंटी लेनी है। किसानों ने अपना रुख सख्त नहीं किया है, हम वही बात हमेशा बोल रहे हैं, आज भी बोल रहे हैं, अडिग हैं और ये किला फतेह करके ही किसान जाएगा। धन्यवाद। ਉਹ ਤਾਂ ਬਹੁਤ ਕੁਝ ਕਰਦੇ ਨੇ। ਮਤਲਬ ਨਾ ਸਰਕਾਰ ਹਾਰਨ ਤੱਕ ਨਹੀਂ ਕਹਿੰਦੀ ਮੈਂ ਹਾਰ ਗਈ, ਕਦੇ ਨਹੀਂ ਕਹਿੰਦੀ ਹੁੰਦੀ, ਨਾ ਅਸੀਂ ਮੰਨਾਂਗੇ ਹਾਰ ਕਦੇ ਵਾਸਤੇ ਸਰਕਾਰ। ਪਰ ਸਰਕਾਰ ਪਿੱਛੇ ਤਾਂ ਹਟੀ ਹੈ ਨਾ। हमारी मीटिंगां सद लिया, आज हमारी मीटिंग सद ली, कहते बहुत कुछ है। जो हम लड़ने वाले लोग हैं ना, सरकार को उस लाइन पर आना पड़ेगा। और सवाल करो ना कर अभी तक बचाव वाला रास्ता निकलना ही नहीं, वही रहेगा, वही रहेगा। जो हमारियां सारियां मंगां सेंटर सरकार नहीं मनेगी, उतना चਿਰ ਅਸੀਂ संघर्ष करते रहांगे। बिल्कुल नहीं, बचाव का रास्ता निकलेगा ही नहीं। ये जानना चाहते हैं कौन कौन लीडर जा रहे हैं वहाँ पे शाम की बात, कितने जा रहे हैं, क्या हमारे 13 लोग जा रहे ने। हाँ समझ गया, लिस्ट है कि तो लिस्ट देवी के मुंडू लिस्ट मतलब ਨਹੀਂ ਖੜੇ ਹੋਰ ਕੁਝ ਸਵਾਲ ਅੱਜ ਜਿਹੜਾ ਬੰਦ ਕੀਤਾ ਤੁਸੀਂ, ਕੀ ਇਸ ਦੀ ਸਫਲਤਾ ਹੀ ਹੈ ਜਾਂ ਅਮਿਤ ਸ਼ਾਹ ਨੇ ਤੁਹਾਨੂੰ ਉੱਥੇ ਬੁਲਾਇਆ? ਜਦੋਂ ਅੰਦੋਲਨ ਕੋਈ ਵੱਧਦਾ ਹੈ, ਮਤਲਬ ਮੀਟਿੰਗ 'ਚ ਮੰਤਰੀ ਨੇ ਸਾਨੂੰ ਇਹ ਗੱਲ ਵੀ ਕਹੀ, ਖੇਤੀਬਾੜੀ ਮੰਤਰੀ ਨੇ, ਵੀ ਇੱਕ ਪਾਸੇ ਵਾਰਤਾ ਚੱਲਦੀ ਹੈ ਤੇ ਇੱਕ ਪਾਸੇ ਤੁਸੀਂ ਮੋਦੀ ਦੀਆਂ 5 ਤਰੀਕ ਨੂੰ ਅਰਥੀਆਂ ਸਾੜੀ ਜਾਂਦੇ ਹੋ ਤੇ ਇੱਕ ਤੁਸੀਂ 8 ਤਰੀਕ ਨੂੰ ਭਾਰਤ ਬੰਦ ਕਰੀ ਜਾਂਦੇ ਹੋ। ਅਸੀਂ ਕਿਹਾ ਮੰਤਰੀ ਸਾਹਿਬ ਤੂੰ ਸਾਡੇ ਨਾਲ ਹਾਂ ਕਰਕੇ ਜਾਂਦੇ ਤੇ ਬਾਹਰ ਜਾ ਕੇ ਪ੍ਰੈਸ ਨੂੰ ਕੁਝ ਹੋਰ ਕਹਿਣਾ ਵੀ ਵਧੀਆ ਤੇ ਤੇਰੀ ਚੰਗੀ ਗੱਲ ਹੈ। ਤੂੰ ਸਾਡੇ ਨਾਲ ਮੀਟਿੰਗਾਂ ਕਰਦਾ ਹੈ ਤੇ ਮੋਦੀ ਸਾਹਿਬ ਜਾ ਕੇ ਕਿਤੇ ਹੋਰ ਕਰ ਵਿਸ਼ੇਸ਼ ਤੌਰ ਤੇ ਬੋਲਦੇ ਨੇ ਵਧੀਆ ਕਾਨੂੰਨ ਹੈ, ਜਿਵੇਂ ਉਹ ਬੋਲ ਸਕਦੇ ਨੇ। ਫਿਰ ਹਮ ਕਹਿੰਦੇ ਹਮ ਸੂਚੀ ਬੁਲਾਤੇ ਆ ਲੋग। ਸੁਣੀਏ ਜੀ ਸੁਣੀਏ, ਜੋ ਸਾਡੇ ਕਿਸਾਨ ਆਗੂ ਅੱਜ ਅਮਿਤ ਸ਼ਾਹ ਦੀ ਮੀਟਿੰਗ 'ਚ ਜਾ ਰਹੇ ਨੇ, ਜੋ 7 ਵਜੇ ਹੋ ਰਹੀ ਹੈ, ਉਹਦੇ 'ਚ ਹਨ ਅਕਰੀ ਯਾਰ ਰਕੇਸ਼ ਟਕੈਂਤ ਜੀ ਯੂਪੀ, ਗੁਰਨਾਮ ਸਿੰਘ ਚੜੂਨੀ हरियाणा, आनंद मौला जी कुर्सी तो बोला, हाँ जी, शिव कुमार कक्का जी एमपी से, बलवीर सिंह राजेवाल पंजाब, जगजीत सिंह डल्लेवाल पंजाब, रुलदू सिंह मानसा पंजाब, मनजीत राय पंजाब, बूटा सिंह बुर्जगल पंजाब, हरिंदर सिंह, हाँ जी आराम से दोबारा, हाँ जी, बलवीर सिंह राजेवाल, राकेश टिकैत यूपी, गुरनाम सिंह चड़ूनी हरियाणा, आनंद मुल्ला जी साउथ बंगाल, शिव कुमार कक्का जी एमपी, मध्य प्रदेश एमपी हुआ जी,
ਬਲਵੀਰ ਸਿੰਘ ਜੀ ਰਾਜੇਵਾਲ ਪੰਜਾਬ, ਜਗਜੀਤ ਸਿੰਘ ਡੱਲੇਵਾਲ ਪੰਜਾਬ, रुलदू सिंह जी मानसा पंजाब, मनजीत राय जी पंजाब, बूटा सिंह बुर्जगिल पंजाब, हरिंदर सिंह लखोवाल पंजाब, दर्शनपाल जी पंजाब, कुलवंत सिंह संधू पंजाब, 13वां नंबर भोग सिंह मानसा दासदा जी। तो ये 13 ਜਿਹੜੇ ਸਾਡੇ ਆਗੂ ਨੇ ਉਹ ਅੱਜ ਦੀ ਮੀਟਿੰਗ ਦੇ ਵਿੱਚ ਜਾ ਰਹੇ ਨੇ। ਆ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਨੇ ਦਿੱਲੀ ਨੂੰ ਰਵਾਨਾ ਹੋਣਾ ਹੈ। ਸੋ ਇਸ ਕਰਕੇ ਸਾਰੇ ਸਾਥੀ ਆ ਜਿਹੜੇ ਉਹ ਨੋਟ ਕਰ ਲੈਣ। ਅੱਗੇ ਰੂਦੂ ਸਿੰਘ पीछे से सवाल आ रहे हैं जी। ਜਦੋਂ ਪਹਿਲਾਂ ਨਾ ਨੁਕਰ ਕਰਦੀ ਰਹੀ ਆ, ਜੇ ਕੱਲ ਵੀ ਇਹੀ ਡਰਾਮਾ ਰਿਹਾ ਤੇ ਅਗਲੀ ਰਣਨੀਤੀ ਕੀ ਹੋਵੇਗੀ ਤੁਹਾਡੀ? पुरानी ਨਹੀਂ ਮਤਲਬ ਜਿਹੜੀ ਕੱਲ ਨੂੰ ਮੀਟਿੰਗ ਰੱਖੀ ਹੈ ਉਹਦਾ ਰਿਜ਼ਲਟ ਅੱਜ ਵਾਲੀ ਮੀਟਿੰਗ ਨਿਕਲ ਜਾਣਾ, ਜਿਹੜੀ ਹੁਣ ਵਾਲੀ ਮੀਟਿੰਗ ਹੈ। ਜੇ ਮੇਰੀ ਬਾਤ ਤਾਂ ਸੁਣ ਲਓ ਨਾ, ਜੇ ਸ਼ਾਹ ਕੋਲ ਕੁਝ ਨਾ ਮਿਲਿਆ ਫਿਰ ਕੱਲ ਦੀ ਮੀਟਿੰਗ ਹੈ। ਅਗਰ ਜੀ ਉਹਨਾਂ ਨੇ ਅੱਜ ਵੀ ਕਹਿਤਾ ਜਿੰਨੇ ਸੋਧ ਕਰਨੇ ਆ ਦੱਸ ਦੋ, ਲੇਕਿਨ ਵਾਪਸ ਨਹੀਂ ਲਵਾਂਗੇ। ਹਾਲੇ ਵੀ ਵਾਪਸ ਕਰਾ ਕੇ ਰਹਾਂਗੇ ਜਰਾ। नहीं वो वापस नहीं लेंगे, हम लड़ेंगे। वो कुछ और पूछ रहे हैं जी, वो कुछ और पूछ रहे हैं। ਹੋਣੀ ਹੈ पीछे से कुछ और सवाल आ रहे हैं, पीछे से सवाल आ रहे हैं। भाई मेरे कर तो जरूरी है, सारी का जवाब देना अपन। क्या मैं खड़े हो, मान वो करें। आपने बोला बुराड़ी जेल की तरह थी, रामलीला ग्राउंड के लिए अगर अभी भी ऑप्शन रखते हैं गृह मंत्री तो जाएंगे आप? अभी अपना देश में रामलीला ग्राउंड में ये हम मीटिंग सदेंगे ना। हम कोई मुद्दा नवा आ जाता है, कल्ला लीडर कोई ऐलान नहीं कर सकता। जे सरकार हमको पेश करेगी भी आप बात सुन लो ना, भी कहेगी आप रामलीला ग्राउंड भाग जाओ, फिर हम मीटिंग सदेंगे भी जाना है कि नहीं जाना। पहले वाली गल्लां मुक्कियां दूर। नहीं जब पहले आते हैं बहुत कुछ सोचते हैं, जो जंग भारी तेज हो जाए ना वो मौके पर सोचा जाता क्या करना। थैंक यू। हाँ जी, प्रेस कॉन्फ्रेंस चल रही है जी। प्रेस कॉन्फ्रेंस चल रही है, 2 मिनट बाद। छोटा सा ताला प्रेस जो दे रहे हो उसका आवाज। ਨਾਲ 7 ਵਜੇ ਮੀਟਿੰਗ ਸੱਦੀ ਗਈ ਹੈ। ਕਿਸਾਨ ਆਗੂ ਉਸ ਦੇ ਵਿੱਚ ਜਾ ਰਹੇ ਨੇ। ਤਾਂ ਵੱਡਾ ਅਪਡੇਟ ਹੈ ਕਿ ਕਿਸਾਨ ਆਗੂ ਜਿਹੜੇ ਨੇ ਉਹ ਜਾ ਰਹੇ ਨੇ। 7 ਵਜੇ ਮੀਟਿੰਗ ਹੋਣੀ ਹੈ ਤਾਂ ਅਸੀਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ। ਹਰਿੰਦਰ ਸਿੰਘ ਲੱਖੋਵਾਲ ਦੇ ਨਾਲ ਗੱਲਬਾਤ ਕਰਾਂਗੇ। ਹਰਿੰਦਰ ਸਿੰਘ ਲੱਖੋਵਾਲ ਸਾਡੇ ਨਾਲ ਨੇ। ਲੱਖੋਵਾਲ ਸਾਹਿਬ ਜਾ ਰਹੇ ਹੋ, ਮੀਟਿੰਗ ਜਿਹੜੀ ਅੱਜ 7 ਵਜੇ ਅਮਿਤ ਸ਼ਾਹ ਦੀ ਹੋਣੀ ਹੈ, 13 ਬੰਦੇ ਜਾ ਰਹੇ ਨੇ, ਉਹਦੇ ਵਿੱਚ ਤੁਹਾਡਾ ਵੀ ਨਾਂ ਸ਼ਾਮਲ ਹੈ। ਤਾਂ ਸਰਕਾਰ ਉਹਨੂੰ ਮੰਨੋਗੇ, ਕੀ ਕਰੋਗੇ? ਅਸੀਂ ਜਾ ਕੇ ਦੇਖਾਂਗੇ ਵੀ ਸਰਕਾਰ ਕਿਹੜੀ ਪ੍ਰਪੋਜ਼ਲ ਦੇ ਰਹੀ ਆ। ਅਸੀਂ ਕੁਝ ਨਹੀਂ ਬੋਲਣਾ, ਕੋਈ ਡਿਸਕਸ਼ਨ ਨਹੀਂ ਕਰਨੀ। ਜੇ ਤਾਂ ਉਹ ਕਹਿਣਗੇ ਵੀ ਤਿੰਨੇ ਕਾਨੂੰਨ ਰੱਦ ਕਰਨੇ ਆ ਤੇ 2 ਹੀ ਆਰਡੀਨੈਂਸ ਤੇ ਐਮਐਸਪੀ ਤੇ ਕਾਨੂੰਨ ਬਣਾਉਣਾ, ਤਾਂ ਅਸੀਂ ਗੱਲ ਮੰਨਾਂਗੇ, ਕੱਲ ਦੀ ਮੀਟਿੰਗ 'ਚ ਜਾਵਾਂਗੇ। ਜੇ ਕੋਈ ਗੱਲਾਂ ਨਹੀਂ ਕਰਦੇ ਤਾਂ ਅਸੀਂ ਸ਼ਾਇਦ ਕੱਲ ਦੀ ਮੀਟਿੰਗ 'ਚ। ਲੱਖੋਵਾਲ ਸਾਹਿਬ, ਪ੍ਰਪੋਜ਼ਲ ਦਾ ਮਤਲਬ ਤਾਂ ਇਹੀ ਹੁੰਦਾ ਪੁਆਇੰਟਸ ਜਿਹੜੇ ਨੇ ਉਹ ਰੱਖਣਗੇ ਤੁਹਾਡੇ ਅੱਗੇ। ਜਿਹੜੇ ਪੁਆਇੰਟਸ ਆ, ਕਾਨੂੰਨ ਰੱਦ ਕਰਨ ਦੀ ਗੱਲ ਤਾਂ ਨਹੀਂ ਆ ਰਹੀ ਸਰਕਾਰ ਹਾਲੇ। ਨਹੀਂ, ਸਾਨੂੰ ਤਾਂ ਇਹੀ ਕਿਹਾ ਜਾ ਰਿਹਾ ਵੀ ਤੁਸੀਂ ਇੱਕ ਵਾਰੀ ਮਿਲ ਲਓ। ਅਸੀਂ ਬੜੀ ਲੰਮੀ ਚੌੜੀ ਮੀਟਿੰਗ ਕੀਤੀ ਹੈ ਸਾਰੀਆਂ ਜਥੇਬੰਦੀਆਂ ਨੇ ਵੀ ਸਾਨੂੰ ਜਵਾਬ ਨਹੀਂ ਦੇਣਾ ਚਾਹੀਦਾ, ਸਾਨੂੰ ਕਿਹੜਾ ਫੜ ਕੇ ਬਿਠਾ ਲੈਣਗੇ। ਤੇ ਵੀ ਉਹ ਕਮੇਟੀ ਕਹਿੰਦੇ ਸੀ 12 ਮੈਂਬਰ ਹੀ, ਚਲੋ 13 ਹੋ ਗਏ ਅਸੀਂ। ਤੁਸੀਂ 30 ਤੋਂ 13 ਕਿੱਦਾਂ ਹੋ ਗਏ? ਇਹ ਵੀ ਸਵਾਲ ਹੈ ਕਿ ਤੁਹਾਡੇ 30 ਜਥੇਬੰਦੀਆਂ ਸੀਗੀਆਂ, 32 ਹੋ ਗਈਆਂ ਨੇ, ਪਰ ਹੁਣ ਤੁਸੀਂ 13 ਤੇ ਮੰਨ ਗਏ। ਨਹੀਂ, ਉਹ ਅਸੀਂ ਸਾਰਿਆਂ ਨੇ ਫੈਸਲਾ ਕੀਤਾ। ਜਿਹੜੇ 40 45 ਹੋ ਗਈਆਂ ਸੀ, ਹੁਣ ਤਾਂ ਸੈਂਟਰ ਦੀਆਂ ਵੀ ਆ ਗਈਆਂ ਸੀ, ਉਹ ਵਿੱਚ ਸੈਂਟਰ ਵੀ ਆ ਵਿੱਚ ਇਹਦੇ। 40 42 ਹੋ ਗਏ ਸੀ ਅਸੀਂ, ਫਿਰ 40 42 ਜਾਣ ਦਾ ਕੋਈ ਹੁਣ 13 ਚ ਵੀ ਚੱਲੇ ਆ। 13 ਚੋਂ ਵੀ 3 ਬੰਦਿਆਂ ਨੂੰ ਅਸੀਂ ਕਹਾਂਗੇ ਵੀ ਉਹ ਗੱਲ ਕਰ। ਕੱਲ ਦੀ ਮੀਟਿੰਗ ਹੈ ਜਿਹੜੀ ਉਹ ਅੱਜ ਦੀ ਮੀਟਿੰਗ ਤੈਅ ਕਰੇਗੀ, ਅੱਜ ਦੀ ਪ੍ਰਪੋਜ਼ਲ ਤੈਅ ਕਰੇਗੀ ਕੱਲ ਦੀ ਮੀਟਿੰਗ ਬਾਰੇ ਫੈਸਲਾ। ਹਾਂ, ਬਕਾਇਦਾ ਅਸੀਂ ਮੀਟਿੰਗ ਕਰਨ ਤੋਂ ਬਾਅਦ ਆਪਦੀ ਮੀਟਿੰਗ ਕਰਾਂਗੇ 10 ਵਜੇ ਆ ਕੇ। 10 ਵਜੇ ਅਸੀਂ ਉਹ 'ਚ ਫੈਸਲਾ ਲਵਾਂਗੇ। 11 ਵੱਜਣ ਸਾਨੂੰ 12 ਵੱਜਣ, ਜਿਹੋ ਜਿਹੀ ਪ੍ਰਪੋਜ਼ਲ ਜਿਹੋ ਜਿਹਾ ਕੁਝ ਹੋਊ ਅਸੀਂ ਸਾਰਿਆਂ ਦੇ ਸਾਹਮਣੇ ਰੱਖਾਂਗੇ। ਸਾਨੂੰ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ। ਅਸੀਂ ਕੋਈ ਹਾਂ ਨਾ ਉੱਥੇ ਕਰ ਨਹੀਂ ਸਕਦੇ। ਸਿਰਫ ਅਸੀਂ ਤਾਂ ਗੱਲਾਂ ਸੁਣਨ ਜਾਣਾ ਤੇ ਗੱਲਾਂ ਸਾਥੀਆਂ ਨੂੰ ਦੱਸਣੀਆਂ ਨੇ। ਨਾਲ ਲੋਕਾਂ ਦੇ ਤੁਸੀਂ ਰੈਫਰੈਂਡਮ ਲਾਉਂਗੇ ਇੱਕ ਤਰ੍ਹਾਂ ਦੇ ਨਾਲ, ਉਹਨਾਂ ਤੋਂ ਪੁੱਛੋਗੇ ਵੀ ਜੇ ਇਹ ਪੇਸ਼ਕਸ਼ ਠੀਕ ਹੈ ਤਾਂ ਅੱਗੇ ਵਧੀਏ। ਤਾਂ ਪਹਿਲਾਂ ਅਸੀਂ ਸਾਥੀਆਂ ਨੂੰ ਪੁੱਛਾਂਗੇ ਤੇ ਫਿਰ ਅਸੀਂ ਲੋਕਾਂ ਨੂੰ ਪੁੱਛਾਂਗੇ। ਸਿਰਫ ਅਸੀਂ ਤਾਂ ਸੁਣਨ ਜਾਣਾ, ਅਸੀਂ ਕੋਈ ਫੈਸਲਾ ਕਮੇਟੀ ਨਹੀਂ ਬਣੀ। ਇਹ ਤਾਂ ਸਿਰਫ ਗੱਲ ਕਰਨ ਵਾਲੀ ਕਮੇਟੀ ਬਣੀ ਹੈ। ਹੋ ਰਹੀ ਹੈ ਮੀਟਿੰਗ ਅੱਜ 7 ਵਜੇ? ਇਹ ਨਹੀਂ ਪਤਾ ਹੈਗਾ, ਉਹਨਾਂ ਨੇ ਸਾਨੂੰ ਦੱਸਣਾ। ਬੱਸ ਆ ਜਾਣੀ, ਅਸੀਂ ਬੱਸੇ ਜਾਣਾ, ਉਹਨਾਂ ਦੇ ਘਰੇ ਨਹੀਂ ਹੋਣੀ, ਬਾਹਰ ਹੋਣੀ। ਠੀਕ ਹੈ, ਬਹੁਤ ਧੰਨਵਾਦ। ਸੋ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋ ਰਹੀ ਹੈ। 13 ਕਿਸਾਨ ਜਥੇਬੰਦੀਆਂ ਦੇ ਆਗੂ
ਜਿਹੜੇ ਨੇ ਉਹ ਇਸ ਮੀਟਿੰਗ ਦੇ ਵਿੱਚ ਜਾ ਰਹੇ ਨੇ ਅਤੇ ਇਹ ਮੀਟਿੰਗ ਦੇ ਵਿੱਚੋਂ ਕੀ ਸਿੱਟਾ ਨਿਕਲਦਾ ਏ ਇਹ ਵੱਡਾ ਸਵਾਲ ਬਣਿਆ ਹੋਇਆ ਏ ਕਿਉਂਕਿ ਜਿਸ ਢੰਗ ਦੇ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਪਹਿਲਾਂ ਵੀ ਹੋ ਚੁੱਕੀ ਹੈ, ਕਈ ਮੀਟਿੰਗਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ, ਕਈ ਮੁਲਾਕਾਤਾਂ ਹੋ ਚੁੱਕੀਆਂ ਨੇ, ਬੇਨਤੀਜਾ ਰਹੀਆਂ ਨੇ, ਬਹੁਤ ਸਾਰੀਆਂ ਮੀਟਿੰਗਾਂ ਬੇਨਤੀਜਾ ਰਹੀਆਂ ਨੇ। ਤਾਂ ਅੱਜ ਅਮਿਤ ਸ਼ਾਹ ਕਿਉਂਕਿ ਮੰਗ ਕੀਤੀ ਜਾ ਰਹੀ ਸੀਗੀ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀਗੀ ਕਿ ਮੀਟਿੰਗ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਹੋਵੇ ਤਾਂ ਜਿਸ ਤੋਂ ਬਾਅਦ ਅੱਜ ਹੁਣ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ। 7 ਵਜੇ ਇਹ ਮੀਟਿੰਗ ਹੈ। ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇਹ ਮੀਟਿੰਗ ਸੱਦ ਲਈ ਗਈ ਹੈ। 13 ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਮੀਟਿੰਗ ਕਰ ਰਹੇ ਨੇ। ਬਹੁਤ ਸਾਰੇ ਕਿਸਾਨ ਆਗੂ ਇਸ ਵੇਲੇ ਨਾਲ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਬੂਟਾ ਸਿੰਘ ਬੁਰਜਗਿੱਲ ਇਸ ਵੇਲੇ ਨੇ ਇਸ ਵੇਲੇ ਸੋ ਦੱਸ ਦਈਏ ਕਿ ਅਮਿਤ ਸ਼ਾਹ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ। बूटा सिंह जी आज जा रहे हो तुसी भी, ਤੁਹਾਡਾ भी नौवां विच ऐतिहासिक बंद हुआ आज जी। 8 तारीख की जो आज की तैयारी है, अगर 9 तारीख की जो मीटिंग हो रही है जहाँ शाम 7 बजे गृह मंत्री नाल मीटिंग हो रही है, उस मीटिंग में तीनों कानून और बिजली बिल और नवा ऑर्डिनेंस प्रदूषण पर है, इन्हों रद्द नहीं किया जाता तो भारत बंद की तैयारी ने 10 तारीख को जी अगली मीटिंग होगी, अगली रणनीति की तैयारी कराई है। कोई विच विचाले वाला राह बचेगा ਜਾਂ कोई सिर्फ वही है ਤੁਹਾਡੇ के 3 कानून? बिल्कुल विच विचाले वाला कोई राह नहीं, इको ही रास्ता है कि 8 सूत्री मांग पत्र है, सारे को माननी जाए। सरकार नहीं मानती फिर सर राह की है? नहीं मानती तो 10 तारीख को दोबारा मीटिंग करेंगे, अगली रणनीति लिखेंगे। जैसे पंजाब में एजिटेशन चल रही है, टोल प्लाजे बंद है, रिलायंस के पंप बंद है, मॉल बंद है, बीजेपी के लीडरों के घरों में धरने चल रहे हैं, ਤੇ पंजाब में दिल्ली के बॉर्डरों को घेरा होया, ये सारा कुछ कंटिन्यूज रखते हुए पूरे भारत में फैला देंगे। सो बूटा सिंह बुरजगिल नाल भी गलबात की है। उन्होंने कहना यही है कि चाहे कुछ भी हो जाए किसान जथेबंदियां पिछे नहीं हटणगियां, खेती कानून रद्द होके रहणगे। विच विचाले वाला कोई रास्ता नहीं है, ये नहीं है कि विच विचाले वाला कोई रास्ता है कि खेती कानून तो बिना कोई राह होवे कि खेती कानून रद्द होने तो बिना कोई राह होवे, ये कुछ भी इस तरह का नहीं है। तो बहुत सारे ਜਿਹੜੇ किसान आगू ने वो इत्थे मौजूद ने, गलबात करन दी कोशिश करते हैं। आ भाई जी भेजो। सो किसान बहुत सारे आगू ने, गलबात करते हैं कि जिस ढंग दे नाल अज जिहड़ी है अमित शाह दे वल्लों हुण सੱਦ लिया गया है तां ये वड्डा तुसीं लगदा कि प्राप्ति है जथेबंदियां दी, क्योंकि पहला मंग की जा रही सी कि अमित शाह आउण, अमित शाह गलबात करन। देखो अमित शाह अपने हैंकड़ रवैये दे नाल अजकल ਜਿਹੜੇ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀ ਹੈਗੇ। ਅੱਜ ਪੂਰਾ ਦੇਸ਼ ਬੰਦ ਹੋਇਆ, ਕੱਲਾ ਦੇਸ਼ ਹੀ ਬੰਦ ਨਹੀਂ, ਪੂਰੇ ਸੰਯੁਕਤ ਰਾਸ਼ਟਰ ਔਰ ਬਾਹਰ ਦੀਆਂ ਅਰਬ ਕੰਟਰੀਆਂ, ਫੋਰਨ ਕੰਟਰੀਆਂ ਦੇ ਵਿੱਚੋਂ ਵੀ ਬੜੀ ਵੱਡੀ ਕਿਸਾਨਾਂ ਨੂੰ ਸਪੋਰਟ ਮਿਲੀ ਆ। ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਅਮਿਤ ਸ਼ਾਹ ਨੇ ਦਬਾਅ ਆ ਕੇ ਅੱਜ ਸਾਡੀ ਮੀਟਿੰਗ ਬੁਲਾਈ ਹੈਗੀ ਆ। ਅਸੀਂ 13 ਜਿਹੜੇ ਆਗੂ ਨੇ ਨਿਯੁਕਤ ਕੀਤੇ ਨੇ, ਸਵੇਰ ਦੇ ਮੀਟਿੰਗ 'ਚ ਬੈਠੇ ਹੋਏ ਆ, ਉਹ 13 ਆਗੂ ਅੱਜ ਮੀਟਿੰਗ ਕਰਕੇ ਆਉਣਗੇ। ਉਸ ਤੋਂ ਬਾਅਦ ਅਸੀਂ 10 ਸਾਢੇ 10 ਵਜੇ ਰਾਤ ਨੂੰ ਇੱਕ ਆਪਣੀ ਪਰਸਨਲ ਮੀਟਿੰਗ ਕਰਾਂਗੇ। ਉਹਦੇ ਵਿੱਚ ਵਿਚਾਰਿਆ ਜਾਵੇਗਾ ਵੀ ਅਮਿਤ ਸ਼ਾਹ ਨੇ ਇਹਨਾਂ 13 ਜਥੇਬੰਦੀ ਦੇ ਆਗੂਆਂ ਨੂੰ ਜਿਹੜੀ ਗੱਲ ਕਹੀ ਹੈਗੀ ਹੈ ਉਹਦੇ ਬਾਅਦ ਅਸੀਂ ਰਣਨੀਤੀ ਤੈਅ ਕਰਾਂਗੇ। ਜਿਸ ਢੰਗ ਦੇ ਨਾਲ ਪੇਸ਼ਕਸ਼ ਕੀਤੀ ਜਾ ਰਹੀ ਕਿ ਪ੍ਰਪੋਜ਼ਲ ਦਿੱਤੀ ਜਾਊਗੀ, ਜਿਸ ਦਿਨ ਪਹਿਲਾਂ ਮੀਟਿੰਗ ਸੀਗੀ 5 ਤਰੀਕ ਨੂੰ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੱਕ ਪ੍ਰਪੋਜ਼ਲ ਦੇਵਾਂਗੇ, ਤਾਂ ਅੱਜ ਸਰਕਾਰ ਪ੍ਰਪੋਜ਼ਲ ਦੇਣ ਜਾ ਰਹੀ ਹੈ। ਤਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਸੋਚ ਰਹੇ ਨੇ ਕਿ ਸ਼ਾਇਦ ਜਿਹੜੀ ਪ੍ਰਪੋਜ਼ਲ ਸਰਕਾਰ ਦਊਗੀ ਕਿਸਾਨ ਜਥੇਬੰਦੀਆਂ ਮੰਨ ਜਾਣਗੇ। ਦੇਖੋ ਪ੍ਰਪੋਜ਼ਲ ਸਾਡੀ ਇੱਕੋ ਹੀ ਗੱਲ ਆ ਭਾਈ ਸਾਹਿਬ ਜੀ, ਜੋ ਅਸੀਂ 5 ਦਸੰਬਰ ਨੂੰ ਵੀ ਕਰਕੇ ਆਏ ਆ। ਅਸੀਂ ਯੈਸ ਔਰ ਨੋ ਚਰਚਾ ਲਿਖੀ ਸੀਗੀ, ਅਸੀਂ ਉਸੇ ਗੱਲ ਤੇ ਖੜੇ ਹੋਏ ਆ। ਜੇਕਰ ਸਰਕਾਰ ਨੇ ਕਾਨੂੰਨ ਰੱਦ ਕਰਨੇ ਨੇ ਤੇ ਅਸੀਂ ਕੱਲ ਮੀਟਿੰਗ ਤੇ ਜਾਵਾਂਗੇ, ਅੱਜ ਵਾਲੀ ਪ੍ਰਪੋਜ਼ਲ ਤੋਂ ਪਤਾ ਲੱਗ ਜਾਊਗਾ। ਜੇਕਰ ਰੱਦ ਨਹੀਂ ਕਰਨੇ ਅਸੀਂ ਮੀਟਿੰਗ ਤੇ ਬਿਲਕੁਲ ਨਹੀਂ ਜਾਵਾਂਗੇ। ਇਸੇ ਜਿਹੜਾ ਅੰਦੋਲਨ ਬਿਲਕੁਲ ਤੁਹਾਨੂੰ ਕਿਉਂ ਲੱਗਦਾ ਕਿ ਅਮੈਂਡਮੈਂਟ ਰਾਹ ਨਹੀਂ ਹੈਗਾ, ਕਿਉਂ ਲੱਗਦਾ ਤੁਹਾਨੂੰ? ਬਿਲਕੁਲ ਜਿਹੜੇ ਦੇਖੋ ਇਹਦੇ ਵਿੱਚ ਰਸਤੇ ਦੀ ਗੱਲ ਇਸ ਤਰ੍ਹਾਂ ਹੈ, ਅੱਜ ਸੁਪਰੀਮ ਕੋਰਟ ਦੇ ਜੱਜ, ਹਾਈ ਕੋਰਟ ਦੇ ਜੱਜ ਔਰ ਰਿਟਾਇਰ ਵਕੀਲ ਔਰ ਉੱਗੀ ਸਮਾਜ ਸੇਵੀ ਔਰ ਅਰਥ ਸ਼ਾਸਤਰੀ ਉਹਨਾਂ ਨੇ ਵੀ ਕਹਿ ਦਿੱਤਾ ਕਾਨੂੰਨ ਬਿਲਕੁਲ ਗਲਤ ਨੇ, ਇਹ ਕਾਨੂੰਨ ਬਿਲਕੁਲ ਫਾਇਦੇਮੰਦ ਨਹੀਂ ਹੈਗੇ। ਜਦੋਂ ਐਡੇ ਐਡੇ ਵੱਡੇ ਲੋਕ ਅਰਥ ਸ਼ਾਸਤਰੀ ਇਹ ਗੱਲ ਕਹਿ ਰਹੇ ਨੇ ਤੇ ਮੋਦੀ ਨੂੰ ਪਿੱਛੇ ਹਟ ਜਾਣਾ ਚਾਹੀਦਾ। बहनों और भाइयों, हमारी सरकार आई तो हम आपको स्वामीनाथन की रिपोर्ट लागू करेंगे। बहनों और भाइयों, हमारी सरकार आई, हम किसान को कर्जा मुक्त करेंगे। और एक भी बात हमारे साथ उसने पूरी नहीं की। आज पहले मन की बात करते रहे, हम बोलते हैं कभी दिल की बात भी करके देखो।
ਪਰ ਉਹ ਕਹਿ ਰਹੇ ਨੇ ਕਿ ਦੇਸ਼ ਪਿੱਛੇ ਨਹੀਂ ਹਟੇਗਾ, ਬਹੁਤ ਵਾਰ ਕਹਿ ਚੁੱਕੇ ਨੇ, ਖੇਤੀ ਕਾਨੂੰਨ ਫਾਇਦੇ 'ਚ ਨੇ, ਬਹੁਤ ਵਾਰ ਕਹਿ ਚੁੱਕੇ ਨੇ। ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡੀ ਇਹ ਈਗੋ ਹਰਟ ਹੁੰਦੀ ਹੈ ਜੇ ਅਸੀਂ ਪਿੱਛੇ ਹਟਦੇ ਹਾਂ, ਉਹਨਾਂ ਨੂੰ ਇਹ ਲੱਗਦਾ। ਤੋਮਰ ਜੀ 5 ਦਸੰਬਰ ਨੂੰ ਮੀਟਿੰਗ ਵਿੱਚ ਮੰਨੇ ਨੇ ਵੀ ਵਾਕਿਆ ਹੀ ਇਹਨਾਂ ਕਾਨੂੰਨਾਂ ਦੇ ਵਿੱਚ ਕਮੀਆਂ ਹੈਗੀਆਂ ਨੇ। ਜਿਹੜੀ ਸਰਕਾਰ ਭਾਈ ਸਾਹਿਬ ਕਾਨੂੰਨਾਂ ਵਿੱਚ ਕਮੀਆਂ ਮੰਨ ਸਕਦੀ ਏ, ਉਹ ਕਾਨੂੰਨ ਰੱਦ ਕਰਨ ਨੂੰ ਵੀ ਤਿਆਰ ਹੋ ਸਕਦੀ ਹੈ। ਇੱਕੋ ਹੀ ਮੰਗ ਹੈ ਹੁਣ ਕਾਨੂੰਨ ਰੱਦ ਹੋਣ। ਬਿਲਕੁਲ ਅਸੀਂ ਆਪਣੇ ਹੱਕ ਲੈਣ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ। ਕਾਨੂੰਨ ਰੱਦ ਹੋਣਗੇ ਤੇ ਪੰਜਾਬ ਜਾਵਾਂਗੇ, ਵਰਨਾ ਇੱਥੇ ਹੀ ਬੈਠੇ ਰਹਾਂਗੇ। ਚਾਹੇ ਅਮਿਤ ਸ਼ਾਹ ਕਹਿਣ, ਕੇਂਦਰੀ ਗ੍ਰਹਿ ਮੰਤਰੀ ਨੇ, ਹੋਮ ਮਿਨਿਸਟਰ ਨੇ ਦੇਸ਼ ਦੇ, ਜੋ ਮਰਜ਼ੀ ਕਹੀ ਜਾਣ, ਜਿੱਤ ਸਾਡੀ ਪੱਕੀ ਏ, ਐਲਾਨ ਹੋਣਾ ਬਾਕੀ ਏ। ਠੀਕ ਹੈ, ਬਹੁਤ ਧੰਨਵਾਦ। ਸੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਗੱਲਬਾਤ ਤੁਸੀਂ ਸੁਣੀ ਹੈ, ਜਿਸ ਢੰਗ ਦੇ ਨਾਲ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੀਟਿੰਗ ਤੇ ਜ਼ਰੂਰ ਜਾਵਾਂਗੇ ਪਰ ਵਿੱਚ ਵਿਚਾਲੇ ਵਾਲਾ ਕੋਈ ਰਸਤਾ ਨਹੀਂ ਹੈ। ਮੀਟਿੰਗ ਹੋਵੇਗੀ ਜ਼ਰੂਰ, ਪਰ ਜੈਸ ਤੇ ਨੋ ਪੁੱਛਿਆ ਜਾਊਗਾ। ਹਾਲਾਂਕਿ ਕੱਲ ਦੀ ਮੀਟਿੰਗ ਵੀ ਤੈਅ ਕਰੂਗੀ ਕਿ ਇਸ ਮੀਟਿੰਗ ਦਾ ਜਿਹੜੀ ਅੱਜ ਦੀ ਪ੍ਰਪੋਜ਼ਲ ਹੈ ਉਹ ਤੋਂ ਬਾਅਦ ਕੱਲ ਦੀ ਮੀਟਿੰਗ ਕਰਨੀ ਹੈ ਜਾਂ ਨਹੀਂ ਕਰਨੀ ਹੈਗੀ। ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ, ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਮੌਜੂਦ ਨੇ। ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਸਪਸ਼ਟ ਤੌਰ ਤੇ ਇੱਕੋ ਹੀ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗੇ ਜਾਂ ਉਸ ਤੋਂ ਬਾਅਦ ਅੰਦੋਲਨ ਹੋਰ ਤਿੱਖਾ ਹੋਊਗਾ। ਫਿਲਹਾਲ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ। ਕੈਮਰਾਮੈਨ ਪਰਵਿੰਦਰ ਦੇ ਨਾਲ ਰਣਬੀਰ ਸਿੰਘ ਰਾਣਾ।